ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀਓ, ਆਪ ਜੀ ਦੇ ਨਾਲ ਦੁਰਵਾਸਾ ਰਿਸ਼ੀ ਜੀ ਦੀ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਅਸੀਂ ਪਿੱਛੇ ਦੱਸ ਆਏ ਹਾਂ ਕਿ ਦੁਰਵਾਸਾ ਰਿਸ਼ੀ ਜੀ ਬੜੇ ਤਮੋਗੁਣੀ ਸੁਭਾਅ ਵਾਲੇ ਸਨ, ਪਰ ਰਾਜਾ ਅੰਬਰੀਕ ਦੇ ਵਾਕਿਏ ਮਗਰੋਂ ਉਹ ਬੜੇ ਆਪਣੇ ਆਪ ਵਿੱਚ ਸੁਧਾਰ ਭਾਵ ਸੁਧਰ ਗਏ ਸਨ ਤੇ ਉਹਨਾਂ ਦਾ ਤਮੋਗੁਣੀ ਸੁਭਾਅ ਕਾਫੀ ਘਟ ਗਿਆ ਸੀ। ਆਪ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਗੁਰੂ ਸਨ ਤੇ ਉਸ ਸਮੇਂ ਹਰ ਪਾਸੇ ਆਮ ਲੋਕਾਂ ਵਿੱਚ ਬੜੇ ਮਸ਼ਹੂਰ ਸਨ। ਜਦ ਸ੍ਰੀ ਕ੍ਰਿਸ਼ਨ ਜੀ ਜਮਨਾ ਦੇ ਕੰਢੇ 16,000 ਸਖੀਆਂ ਨਾਲ ਹਾਸ ਵਿਲਾਸ ਦੇ ਦਿਨ ਬਤੀਤ ਕਰ ਰਹੇ ਸਨ ਤਾਂ ਇੱਕ ਦਿਨ ਸਖੀਆਂ ਨੇ ਪੁੱਛਿਆ ਕਿ ਆਪ ਜੀ ਦੇ ਗੁਰੂ ਦੇਵ ਜੀ ਕਿੱਥੇ ਰਹਿੰਦੇ ਹਨ। ਸ੍ਰੀ ਕ੍ਰਿਸ਼ਨ ਭਗਵਾਨ ਜੀ ਬਾਰੇ ਤੇ ਇਹਨਾਂ ਦੇ ਗੁਰੂ ਦੁਰਵਾਸਾ ਜੀ ਬਾਰੇ ਸਭ ਨੂੰ ਪਤਾ ਸੀ, ਪਰ ਸਖੀਆਂ ਨੂੰ ਜੰਗਲ ਵਿੱਚ ਜਾ ਕੇ ਉਹਨਾਂ ਦੇ ਦਰਸ਼ਨ ਕਰਨ ਦਾ ਖਿਆਲ ਆਇਆ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ, ਦਰਸ਼ਨ ਕਰਾ ਦਿੰਦੇ ਹਾਂ, ਪਰ ਉਹਨਾਂ ਦੀ ਦਰਸ਼ਨ ਭੇਟ ਤੁਹਾਨੂੰ ਹਰ ਇੱਕ ਨੂੰ ਲਿਜਾਣੀ ਪਵੇਗੀ ਤੇ ਇਹ ਗੱਲ ਯਾਦ ਰੱਖਣੀ ਕਿ ਉਹ ਮਾਇਆ ਜਾਂ ਹੋਰ ਕਿਸੇ ਕਿਸਮ ਦੀ ਕੋਈ ਭੇਟਾ ਪ੍ਰਵਾਨ ਨਹੀਂ ਕਰਦੇ। ਉਹਨਾਂ ਦੇ ਸਾਹਮਣੇ ਕੋਈ ਹਾਵ ਭਾਵ ਜਾਂ ਹਾਸ ਵਿਲਾਸ ਵਾਲੀ ਕੋਈ ਗੱਲ ਨਹੀਂ ਕਰਨੀ। ਫਿਰ ਜਿਹੜੀ ਭੇਟਾ ਤੁਸੀਂ ਕਹੋ ਲੈ ਚੱਲਦੇ ਹਾਂ ਤੇ ਬਾਕੀ ਅਸੀਂ ਚੁੱਪਚਾਪ ਉਹਨਾਂ ਦੇ ਦਰਸ਼ਨ ਕਰ ਆ ਜਾਵਾਂਗੀਆਂ। ਸਖੀਆਂ ਨੇ ਕਿਹਾ, ਕੋਈ ਖਾਣ ਵਾਲੀ ਚੀਜ਼ ਭਾਵੇਂ ਲੈ ਚੱਲੋ, ਪਰ ਉਹ ਪੌਣ ਆਹਾਰੀ ਹਨ। ਪਤਾ ਨਹੀਂ ਖਾਣ ਵਾਲੀ ਕੋਈ ਚੀਜ਼ ਪ੍ਰਵਾਨ ਕਰਨ ਕਿ ਜਾਂ ਨਾ ਕਰਨ। ਸ੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਪਤਾ ਨਹੀਂ ਉਹ ਕੋਈ ਖਾਣ ਵਾਲੀ ਚੀਜ਼ ਤੁਹਾਡੀ ਪ੍ਰਵਾਨ ਕਰਨ ਜਾਂ ਨਾ ਕਰਨ। ਖੈਰ ਸਲਾਹ ਪੱਕੀ ਹੋ ਗਈ। ਸ੍ਰੀ ਕ੍ਰਿਸ਼ਨ ਜੀ ਆਪਣੇ ਗੁਰਦੇਵ ਦੁਰਵਾਸਾ ਰਿਸ਼ੀ ਦੇ ਦਰਸ਼ਨ ਕਰਨ ਅਤੇ ਸਖੀਆਂ ਨੂੰ ਕਰਾਉਣ ਲਈ ਨਾਲ ਲੈ ਗਏ। ਸਖੀਆਂ ਨੇ ਇਹ ਵੀ ਸਲਾਹ ਪੱਕੀ ਕਰ ਲਈ ਕਿ ਇੱਕ ਇੱਕ ਥਾਲ ਜਿਸ ਵਿੱਚ ਸਵਾ ਸਵਾ ਸੇਰ ਮਠਿਆਈ ਹੋਵੇਗੀ। ਸਭ ਨੇ ਚੁੱਕ ਲਿਆ। ਸ੍ਰੀ ਕ੍ਰਿਸ਼ਨ ਜੀ ਅੱਗੇ ਲੱਗੇ ਤੇ ਇਹ ਕਾਫੀ ਲੰਮਾ ਵਹੀਰ ਸ੍ਰੀ ਜਮਨਾ ਦੇ ਕੰਢੇ ਤੇ ਪੁੱਜਾ। ਅੱਗੇ ਨਦੀ ਠਾਠਾਂ ਮਾਰ ਰਹੀ ਸੀ। ਹੁਣ ਕੀ ਬਣੇ, ਪਾਰ ਕਿਵੇਂ ਲੰਘਣ? ਪੱਤਣ ਤੋਂ ਦੂਰ ਜੰਗਲ ਵਿੱਚ ਜਾ ਚੁੱਕੇ ਸਨ। ਸ੍ਰੀ ਕ੍ਰਿਸ਼ਨ ਜੀ ਕਹਿਣ ਲੱਗੇ, ਐਉਂ ਕਰੋ, ਸ੍ਰੀ ਜਮਨਾ ਅੱਗੇ ਅਰਦਾਸ ਕਰੋ ਕਿ ਜੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਬਾਲ ਜਤੀ ਹਨ ਤਾਂ ਸਾਨੂੰ ਰਸਤਾ ਦੇ ਦਿਓ। ਅਸੀਂ ਪਾਰ ਲੰਘ ਕੇ ਉਹਨਾਂ ਦੇ ਗੁਰੂ ਦੇਵ ਜੀ ਦੇ ਦਰਸ਼ਨ ਕਰਨ ਜਾਣਾ ਹੈ। ਬੜੀ ਵਿਚਿੱਤਰ ਗੱਲ ਸੀ। ਇਹ 16,000 ਇਸਤਰੀ ਦੇ ਮਾਲਕ ਸ੍ਰੀ ਕ੍ਰਿਸ਼ਨ ਜੀ ਭਲਾ ਬਾਲਜਤੀ ਕਿਵੇਂ ਹੋਏ? ਸਖੀਆਂ ਇਸ ਗੱਲ ਦੇ ਚੱਕਰ ਵਿੱਚ ਪੈ ਗਈਆਂ, ਪਰ ਸ੍ਰੀ ਕ੍ਰਿਸ਼ਨ ਜੀ ਦੇ ਕਹੇ ਤੇ ਜਦ ਉਹਨਾਂ ਅਰਦਾਸ ਕੀਤੀ ਤਾਂ ਸੱਚਮੁੱਚ ਹੀ ਜਮਨਾ ਨੇ ਝਟਪਟ ਹੀ ਰਸਤਾ ਦੇ ਦਿੱਤਾ। ਪਾਣੀ ਇੰਨਾ ਲੱਥ ਗਿਆ ਕਿ ਸਭ ਸਖੀਆਂ ਸੁਖੈਨ ਢੰਗ ਨਾਲ ਹੀ ਪਾਰ ਹੋ ਗਈਆਂ। ਹੁਣ ਅੱਗੇ ਦੀ ਗੱਲ ਸੁਣੋ। ਜਦ ਸ੍ਰੀ ਕ੍ਰਿਸ਼ਨ ਜੀ ਦੁਰਵਾਸਾ ਰਿਸ਼ੀ ਪਾਸ ਪੁੱਜੇ ਤਾਂ ਉਹ ਅੱਗੇ ਸਮਾਧੀ ਵਿੱਚ ਸਥਿਤ ਸਨ।
ਸ੍ਰੀ ਕ੍ਰਿਸ਼ਨ ਜੀ ਨੇ ਬੜੇ ਪ੍ਰੇਮ ਪੂਰਵਕ ਅਰਦਾਸ ਕਰਕੇ ਉਹਨਾਂ ਦੀ ਸਮਾਧੀ ਖੁਲਵਾਈ ਤੇ ਬੇਨਤੀ ਕੀਤੀ ਕਿ ਮਹਾਰਾਜ, ਸਭ ਸਖੀਆਂ ਤੁਹਾਡੇ ਦਰਸ਼ਨ ਲਈ ਆਈਆਂ ਹਨ, ਇਹਨਾਂ ਦੀ ਭੇਟਾ ਪ੍ਰਵਾਨ ਕਰੋ। ਦੁਰਵਾਸਾ ਜੀ ਬੜੇ ਪ੍ਰਸੰਨ ਹੋਏ। ਵੇਖਿਆ ਤਾਂ ਸਭ ਸਖੀਆਂ ਥਾਲ ਲਈ ਖਲੋਤੀਆਂ ਸਨ। ਕਹਿਣ ਲੱਗੇ, ਐਉਂ ਕਰੋ, ਮੇਰੇ ਪਾਸ ਰੱਖਣ ਲਈ ਕੋਈ ਥਾਂ ਨਹੀਂ ਹੈ, ਨਾ ਹੀ ਇਹਨਾਂ ਨੂੰ ਵਾਪਸ ਲੈ ਜਾਓ ਕਹਿ ਕੇ ਮੈਂ ਤੁਹਾਡਾ ਅਪਮਾਨ ਕਰਨਾ ਚਾਹੁੰਦਾ। ਸੋ ਮੈਂ ਮੂੰਹ ਖੋਲਦਾ ਹਾਂ ਤੇ ਤੁਸੀਂ ਸਭ ਥਾਲਾਂ ਵਾਲੀਆਂ ਮਠਿਆਈਆਂ ਮੇਰੇ ਮੂੰਹ ਵਿੱਚ ਪਾਈ ਜਾਓ। ਸਖੀਆਂ ਅੱਗੇ ਤਾਂ ਸ੍ਰੀ ਕ੍ਰਿਸ਼ਨ ਜੀ ਦੀ ਬਾਲਜਤੀ ਵਾਲੀ ਗੱਲ ਤੋਂ ਹੈਰਾਨ ਸਨ, ਪਰ ਹੁਣ ਇਹ ਗੱਲ ਦੇਖ ਕੇ ਹੋਰ ਵੀ ਹੈਰਾਨ ਹੋ ਗਈਆਂ ਕਿ ਇਸ ਕ੍ਰਿਸ਼ਨ ਜੀ ਦੇ ਗੁਰਦੇਵ ਨੇ ਕੀ ਕਿਹਾ ਹੈ, ਇੰਨੇ ਥਾਲ ਇਹਨਾਂ ਦੇ ਮੂੰਹ ਵਿੱਚ ਪੈ ਜਾਣਗੇ। ਨਾਲੇ ਕ੍ਰਿਸ਼ਨ ਭਗਵਾਨ ਜੀ ਤਾਂ ਕਹਿੰਦੇ ਹਨ ਕਿ ਸਾਡੇ ਗੁਰੂਦੇਵ ਪੌਣ ਆਹਾਰੀ ਹਨ, ਪਰ ਇਹ ਕਹਿੰਦੇ ਹਨ ਕਿ ਸਭ ਥਾਲ ਮੇਰੇ ਮੂੰਹ ਵਿੱਚ ਪਾਈ ਜਾਵੋ। ਕੀ ਇਹ ਇੰਨੇ ਥਾਲ ਮਠਿਆਈ ਦੇ ਖਾ ਜਾਣਗੇ? ਖੈਰ, ਜਿਉਂ ਤਿਉਂ ਕਰਦੇ ਸਖੀਆਂ ਅੱਗੇ ਹੋ ਕੇ ਮਠਿਆਈਆਂ ਵਾਲੇ ਥਾਲ ਦੁਰਵਾਸਾ ਜੀ ਦੇ ਮੂੰਹ ਵਿੱਚ ਉਲਟਾਉਣ ਲੱਗ ਪਈਆਂ ਤੇ ਦੁਰਵਾਸਾ ਜੀ ਨੇ ਗਲਾ ਏਡਾ ਵੱਡਾ ਬਣਾ ਲਿਆ ਕਿ ਡਿੱਗਦਿਆਂ ਸਾਰ ਹੀ ਮਠਿਆਈ ਗਾਇਬ ਹੋਣ ਲੱਗੀ। ਇਉਂ ਹੋ ਗਿਆ ਜਿਵੇਂ ਉਹ ਥਾਲਾਂ ਨੂੰ ਕਿਸੇ ਖੂਹ ਵਿੱਚ ਸੁੱਟੀ ਜਾਂਦੀਆਂ ਹੋਣ। ਸਭ ਸਖੀਆਂ ਨੇ ਥਾਲ ਪਲਟ ਦਿੱਤੇ, ਪਰ ਹੁਣ ਅਚਰਜ ਹੋ ਕੇ ਰਿਖੀ ਜੀ ਵੱਲ ਵੇਖ ਰਹੀਆਂ ਸਨ ਕਿ ਇਹਨਾਂ ਦਾ ਢਿੱਡ ਹੈ ਕਿ ਖੂਹ। ਮਿਲ ਕੇ ਤੇ ਦਰਸ਼ਨ ਕਰਕੇ ਆਗਿਆ ਲੈ ਕੇ ਸ੍ਰੀ ਕ੍ਰਿਸ਼ਨ ਜੀ ਵਾਪਸ ਮੁੜੇ ਤਾਂ ਅੱਗੇ ਜਮਨਾ ਫਿਰ ਬੜੇ ਜ਼ੋਰ ਵਿੱਚ ਵਹਿ ਰਹੀ ਸੀ। ਹੁਣ ਸਖੀਆਂ ਨੇ ਪੁੱਛਿਆ, ਪਾਰ ਕਿਵੇਂ ਲੰਘੀਏ? ਇਹ ਕ੍ਰਿਸ਼ਨ ਜੀ ਕਹਿਣ ਲੱਗੇ, ਹੁਣ ਜਮਨਾ ਜੀ ਅੱਗੇ ਅਰਦਾਸ ਕਰੋ ਤੇ ਕਹੋ ਕਿ ਜੇਕਰ ਦੁਰਵਾਸਾ ਰਿਖੀ ਜੀ ਨਿਰਆਹਾਰੀ ਹਨ, ਪੌਣ ਆਹਾਰੀ ਹਨ, ਤਾਂ ਸਾਨੂੰ ਰਸਤਾ ਦੇ ਦਿਓ। ਇਹ ਸੁਣ ਕੇ ਤਾਂ ਸਖੀਆਂ ਨੇ ਮੂੰਹ ਵਿੱਚ ਉਂਗਲਾਂ ਪਾ ਲਈਆਂ, ਸੋਚਣ ਲੱਗੀਆਂ ਕਿ ਇਹ ਕਿਤਨਾ ਝੂਠ ਬੋਲ ਰਹੇ ਹਨ। 16,000 ਥਾਲ ਮਠਿਆਈਆਂ ਦਾ ਖਾ ਜਾਣ ਵਾਲਾ ਦੁਰਵਾਸਾ ਰਿਖੀ ਭਲਾ ਨਿਰਆਹਾਰੀ ਪੌਣ ਆਹਾਰੀ ਕਿਵੇਂ ਹੋਇਆ? ਪਰ ਇਸ ਵੇਲੇ ਸਵਾਲ ਜਮਨਾ ਤੋਂ ਪਾਰ ਲੰਘਣ ਦਾ ਸੀ। ਮੰਨ ਗਈਆਂ, ਪਰ ਉਹਨਾਂ ਨੇ ਕ੍ਰਿਸ਼ਨ ਭਗਵਾਨ ਜੀ ਤੇ ਸਵਾਲ ਕੀਤਾ ਕਿ ਸਾਡੇ ਸ਼ੰਕੇ ਦਾ ਮਤਲਬ ਦੱਸ ਕੇ ਅੱਗੇ ਚੱਲਿਓ। ਕ੍ਰਿਸ਼ਨ ਭਗਵਾਨ ਜੀ ਨੇ ਕਿਹਾ, ਦੱਸੋ। ਸਖੀਆਂ ਨੇ ਕਿਹਾ, ਅਸੀਂ ਤਾਂ ਬੜੀਆਂ ਹੈਰਾਨ ਹਾਂ ਕਿ ਤੁਸੀਂ 16,000 ਇਸਤਰੀ ਦੇ ਪਤੀ ਹੋ ਤੇ ਫਿਰ ਹੁਣ ਤੱਕ ਬਾਲਜਤੀ ਕਿਸ ਤਰ੍ਹਾਂ ਹੋਏ? ਤੇ ਤੁਹਾਡੇ ਗੁਰੂਦੇਵ ਦੁਰਵਾਸਾ ਰਿਖੀ ਜੀ 16,000 ਥਾਲ ਮਠਿਆਈ ਦੇ ਖਾ ਗਏ ਤੇ ਤੁਸੀਂ ਉਹਨਾਂ ਨੂੰ ਨਿਰਆਹਾਰੀ ਕਹਿੰਦੇ ਹੋ। ਉਹ ਨਿਰਆਹਾਰੀ ਕਿਵੇਂ ਹੋਏ? ਇਹ ਸਾਡੇ ਜਵਾਬ ਦਿਓ। ਕ੍ਰਿਸ਼ਨ ਭਗਵਾਨ ਜੀ ਸੁਣ ਕੇ ਹੱਸ ਪਏ। ਕਹਿਣ ਲੱਗੇ, ਤੁਸੀਂ ਇਸ ਦਾ ਮਤਲਬ ਸਮਝਿਆ ਹੀ ਨਹੀਂ। ਅਸੀਂ 16,000 ਸਖੀ ਦੇ ਇਸ ਵੇਲੇ ਮਾਲਕ ਜ਼ਰੂਰ ਹਾਂ, ਪਰ ਮਨ ਕਰਕੇ ਨਹੀਂ। ਜਿਹੜੀ ਚੀਜ਼ ਮਨ ਕਰਕੇ ਨਾ ਹੋਵੇ ਉਹ ਨਾ ਹੋਣ ਬਰਾਬਰ ਹੁੰਦੀ ਹੈ। ਅਸਾਂ ਤੁਹਾਨੂੰ ਸਖੀਆਂ ਨੂੰ ਆਪਣੇ ਕੋਲ ਰਹਿਣ ਲਈ ਜਾਂ ਵਿਆਹ ਕਰਨ ਲਈ ਤੁਹਾਡੇ ਘਰੋਂ ਜਾ ਕੇ ਤਾਂ ਨਹੀਂ ਲਿਆਂਦਾ। ਤੁਸੀਂ ਆਪ ਹੀ ਜਦ ਅਸਾਂ ਭੂਮਾਸਰ ਦੈਂਤ ਨੂੰ ਮਾਰਿਆ ਤੇ ਤੁਹਾਡੀ ਬੇਨਤੀ ਸੁਣ ਕੇ ਤੁਹਾਡੀ ਰੱਖਿਆ ਕੀਤੀ, ਤਾਂ ਤੁਸੀਂ ਆਪ ਹੀ ਆਪਣੇ ਘਰਾਂ ਨੂੰ ਜਾਣ ਤੋਂ ਨਾਂਹ ਕੀਤੀ ਸੀ ਤੇ ਅਸਾਂ ਤੁਹਾਡੀ ਭਾਵਨਾ ਪੂਰੀ ਕਰਨ ਵਾਸਤੇ ਤੁਹਾਨੂੰ ਆਪਣੇ ਪਾਸ ਰੱਖ ਲਿਆ। ਨਹੀਂ ਤਾਂ ਸਾਡੀ ਇੱਛਾ ਤੁਹਾਨੂੰ ਆਪਣੇ ਪਾਸ ਰੱਖਣ ਦੀ ਨਹੀਂ ਸੀ, ਅਜੇ ਵੀ ਨਹੀਂ। ਇਸ ਕਰਕੇ ਹੀ ਜਮਨਾ ਨੇ ਐਸਾ ਰਸਤਾ ਦੇ ਦਿੱਤਾ ਸੀ, ਤੇ ਜੇ ਝੂਠ ਹੁੰਦਾ ਤਾਂ ਉਹ ਰਸਤਾ ਕਿਵੇਂ ਦੇਂਦੀ? ਸਖੀਆਂ ਨੇ ਫਿਰ ਕਿਹਾ, ਅੱਛਾ ਫਿਰ ਆਪਣੇ ਗੁਰੂਦੇਵ ਬਾਰੇ ਵੀ ਸਾਨੂੰ ਦੱਸ ਦਿਓ ਕਿ ਉਹ ਨਿਰਆਹਾਰੀ ਕਿਵੇਂ ਹੋਏ?
ਹਾਂ ਇਹ ਵੀ ਸੁਣ ਲਓ। ਕ੍ਰਿਸ਼ਨ ਭਗਵਾਨ ਜੀ ਨੇ ਕਿਹਾ, ਤੁਸੀਂ ਦੱਸੋ ਕਿ ਮੇਰੇ ਗੁਰੂ ਦੇਵ ਜੀ ਨੇ ਤੁਹਾਨੂੰ ਸੁਨੇਹਾ ਤਾਂ ਨਹੀਂ ਸੀ ਭੇਜਿਆ ਕਿ ਸਾਨੂੰ ਭੁੱਖ ਲੱਗੀ ਹੈ ਤੇ ਸਾਡੇ ਖਾਣ ਪੀਣ ਲਈ ਕੁਝ ਲਿਆਓ। ਤੁਸੀਂ ਆਪ ਹੀ ਦਰਸ਼ਨ ਕਰਨ ਦੀ ਲਾਲਸਾ ਨਾਲ ਉੱਥੇ ਗਈਆਂ ਤੇ ਭੇਟਾ ਲੈ ਗਈਆਂ। ਫਿਰ ਤੁਹਾਡੀ ਭੇਟਾ ਉਹਨਾਂ ਨੇ ਕੋਈ ਇਸ ਲਈ ਪ੍ਰਵਾਨ ਨਹੀਂ ਕੀਤੀ ਕਿ ਉਹ ਭੁੱਖੇ ਸਨ ਜਾਂ ਤੁਹਾਨੂੰ ਉਡੀਕ ਰਹੇ ਸਨ, ਸਗੋਂ ਤੁਹਾਡੀ ਭਾਵਨਾ ਪੂਰੀ ਕਰਨ ਲਈ ਉਹਨਾਂ ਨੇ ਉਹ ਭੇਟਾ ਪ੍ਰਵਾਨ ਕਰ ਲਈ ਤੇ ਉਹ ਫੇਰ ਨਹੀਂ ਉਸ ਥਾਂ ਰੱਖ ਲਈ ਹੈ ਜਿੱਥੇ ਰੱਖਣੀ ਯੋਗ ਸੀ। ਤੁਸਾਂ ਆਪ ਵੇਖਿਆ ਹੈ ਕਿ ਉਹਨਾਂ ਨੇ ਦੰਦ ਨਹੀਂ ਹਿਲਾਏ, ਮੂੰਹ ਵੀ ਨਹੀਂ ਹਿਲਾਇਆ, ਤੇ ਦੰਦ ਮੂੰਹ ਹਿਲਾਏ ਬਿਨਾ ਕੋਈ ਚੀਜ਼ ਖਾਧੀ ਜਾ ਸਕਦੀ ਹੈ ਭਲਾ? ਸਖੀਆਂ ਨੇ ਕਿਹਾ, ਨਹੀਂ। ਤੇ ਇਸੇ ਲਈ ਤਾਂ ਮੈਂ ਕਿਹਾ ਕਿ ਉਹ ਨਿਰਆਹਾਰੀ ਹਨ। ਉਹ ਪੌਣ ਆਹਾਰੀ ਹਨ ਤੇ ਪੌਣ ਦੇ ਸਹਾਰੇ ਤੇ ਹੀ ਉਹਨਾਂ ਦਾ ਸਰੀਰ ਕਾਇਮ ਹੈ। ਕਈ ਮਹੀਨੇ ਉਹ ਇੱਕ ਟਕ ਸਮਾਧੀ ਵਿੱਚ ਰਹਿੰਦੇ ਹਨ, ਜੀਵਤ ਰਹਿੰਦੇ ਹਨ। ਨਾਲੇ ਇਹ ਤੁਹਾਡੇ ਥਾਲ ਉਹਨਾਂ ਨੇ ਮਨ ਕਰਕੇ ਮੂੰਹ ਵਿੱਚ ਨਹੀਂ ਪਵਾਏ, ਤੁਹਾਡੀ ਭਾਵਨਾ ਕਰਕੇ ਪਵਾਏ ਹਨ। ਇਸ ਲਈ ਤੁਸੀਂ ਕੋਈ ਸ਼ੰਕਾ ਨਾ ਕਰੋ। ਇਹ ਝੂਠ ਹੁੰਦਾ ਤਾਂ ਜਮਨਾ ਜੀ ਇਹ ਕਹਿਣ ਉੱਤੇ ਕਿ ਜੇ ਸਾਡੇ ਬਾਦਸ਼ਾਹ ਰਿਸ਼ੀ ਗੁਰਦੇਵ ਨਿਰਆਹਾਰੀ ਹਨ ਤਾਂ ਸਾਨੂੰ ਰਸਤਾ ਦੇ ਦਿਓ, ਤੇ ਉਹ ਇਹ ਕਹਿਣ ਤੇ ਰਸਤਾ ਕਿਉਂ ਦੇਂਦੀ। ਹੁਣ ਸਖੀਆਂ ਦੀ ਸ਼ੰਕਾ ਦੂਰ ਹੋ ਗਈ ਤੇ ਨਮਸਕਾਰ ਕਰਕੇ ਚੁੱਪ ਹੋ ਗਈਆਂ, ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।